ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਬੁਨਿਆਦਾਂ। ਨੇਤਰਹੀਨਤਾ। ਕਾਲੀਆਂ ਐਨਕਾਂ ਹੱਥ ਵਿੱਚ ਛੜੀ ਹੌਲੀ ਹੌਲੀ ਸਿੱਧਾ ਚੱਲਣ ਦਾ ਯਤਨ ਕਰਦਾ ਇੱਕ ਵਿਅਕਤੀ ਤੁਹਾਡੇ ਕੋਲੋਂ ਅਣਗੌਲਿਆਂ ਲੰਘ ਜਾਂਦਾ ਹੈ। ਉਸ ਨੂੰ ਕੁਦਰਤ ਨੇ ਦ੍ਰਿਸ਼ਟੀ ਤੋਂ ਵਿਰਵਾ ਕੀਤਾ ਹੋਇਆ ਹੈ। ਦ੍ਰਿਸ਼ਟੀ ਤੋਂ ਵਿਰਵੇ ਹੋਣ ਕਾਰਨ ਉਸ ਦਾ ਸੰਸਾਰ ਹਨੇਰਾ ਅਤੇ ਛੋਟਾ ਹੈ। ਉਸ ਕੋਲ ਜ਼ਿੰਦਗੀ ਤਾਂ ਹੈ ਪਰ ਇਤਨੀ ਨਹੀਂ ਕਿ ਉਹ ਮਾਣ ਸਕੇ। ਉਸ ਕੋਲ ਜ਼ਿੰਦਗੀ ਜਿਉਣ ਜੋਗੀ ਨਹੀਂ ਹੁੰਦੀ, ਕੱਟਣ ਜੋਗੀ ਹੀ ਹੁੰਦੀ ਹੈ। ਸੂਰਜ ਚੰਦ ਦੇ ਉਸ ਲਈ ਕੋਈ ਅਰਥ ਨਹੀਂ, ਰੰਗਾਂ ਦਾ ਉਸ ਲਈ ਕੋਈ ਮਹੱਤਵ ਨਹੀਂ, ਕਿਸੇ ਚੀਜ਼ ਦਾ ਰੂਪ ਉਸ ਲਈ ਮੰਨਣਾ ਅਸੰਭਵ ਹੈ। ਨੇਤਰਹੀਨ ਹੋਣ ਕਾਰਨ ਉਹ ਜ਼ਿੰਦਗੀ ਦਾ ਸੁਹਜ ਵੇਖ ਨਹੀਂ ਸਕਦਾ। ਪਹਾੜ ਉਸ ਨੂੰ ਖਿੱਚ ਨਹੀਂ ਪਾਉਂਦੇ, ਫੁੱਲ ਉਸ ਨੂੰ ਆਪਣੇ ਕੋਲ ਨਹੀਂ ਬੁਲਾਉਂਦੇ। ਉਸ ਦਾ ਜੀਵਨ ਅਧੂਰਾ ਹੁੰਦਾ ਹੈ, ਉਸ ਕੋਲ ਕੁਝ ਵੀ ਪੂਰਾ ਨਹੀਂ ਹੁੰਦਾ। ਉਸ ਦੀ ਬਹੁਤੀ ਜਾਣ ਪਛਾਣ ਨਹੀਂ ਹੁੰਦੀ, ਬਹੁਤੇ ਲੋਕ ਉਸ ਦੇ ਸੰਪਰਕ ਵਿੱਚ ਨਹੀਂ ਆਉਂਦੇ। ਉਸ ਨੂੰ ਇਕੱਲਿਆਂ ਰਹਿਣ ਲਈ ਮਜਬੂਰੀ ਹੈ। ਉਸ ਨੂੰ ਕਿਸੇ ਦੀ ਉਡੀਕ ਨਹੀਂ, ਕੋਈ ਉਸ ਨੂੰ ਉਡੀਕਦਾ ਨਹੀਂ। ਕੋਈ ਉਸ ਨਾਲ ਲੰਮਾ ਰਿਸ਼ਤਾ ਨਹੀਂ ਗੰਢਦਾ ਕਿਉਂਕਿ ਉਸ ਵਿੱਚ ਕਿਸੇ ਦੇ ਕੰਮ ਆਉਣ ਦੀ ਸਮਰੱਥਾ ਨਹੀਂ। ਉਹ ਕਿਸੇ ਨੂੰ ਸਹਿਯੋਗ ਨਹੀਂ ਦੇ ਸਕਦਾ, ਸਗੋਂ ਉਸ ਨੂੰ ਤਾਂ ਆਪ ਹਰ ਕਿਸੇ ਦੀ ਮਦਦ ਦੀ ਲੋੜ ਪੈਂਦੀ ਹੈ। ਉਸ ਕੋਲ ਲੰਮੇ ਫਾਸਲਿਆਂ, ਦੁਰੇਡੀਆਂ ਥਾਵਾਂ ਦਾ ਸੰਕਲਪ ਨਹੀਂ ਹੁੰਦਾ। ਉਸ ਦਾ ਸੰਸਾਰ ਛੋਟਾ ਅਤੇ ਦਿਸ਼ਾਹੀਨ ਹੁੰਦਾ ਹੈ। ਉਸ ਕੋਲ ਸਮੇਂ ਅਤੇ ਸਥਾਨ ਦੀ ਸੋਝੀ ਨਹੀਂ ਹੁੰਦੀ। ਉਹ ਸੋਟੀ ਨਾਲ ਰਾਹ ਲੱਭਦਾ ਹੈ। ਉਹ ਇੱਕ ਵਕਤ ਇੱਕ ਹੀ ਕਦਮ ਚੱਲਦਾ ਹੈ। ਉਹ ਛਾਲ ਨਹੀਂ ਮਾਰ ਸਕਦਾ। ਨੇਤਰਹੀਨ ਵਿਅਕਤੀ ਦੀਆਂ ਮਜਬੂਰੀਆਂ ਦੀ ਸੂਚੀ ਬੜੀ ਲੰਮੀ ਹੁੰਦੀ ਹੈ। ਨੇਤਰਹੀਨ ਵਿਅਕਤੀ ਦੇ ਚਿਹਰੇ 'ਤੇ ਬਹੁਤੇ ਭਾਵ ਨਹੀਂ ਹੁੰਦੇ। ਉਸ ਦੇ ਪ੍ਰਤੀਕਰਮ ਸਿੱਧੇ ਅਤੇ ਸਰਲ ਹੁੰਦੇ ਹਨ। ਉਹ ਸ਼ਾਂਤ ਹੁੰਦਾ ਹੈ ਅਤੇ ਉਸ ਨਾਲ ਗੱਲਾਂ ਕਰਨ ਵਾਲਾ ਵੀ ਸ਼ਾਂਤ ਹੋ ਜਾਂਦਾ ਹੈ। ਨਾ ਵੇਖ ਸਕਣ ਕਰਕੇ ਨੇਤਰਹੀਨ ਦੇ ਪ੍ਰਤੀਕਰਮਾਂ ਵਿੱਚ ਵੰਨ ਸੁਵੰਨਤਾ ਨਹੀਂ ਹੁੰਦੀ। ਉਸ ਦੀ ਗੱਲਬਾਤ ਸੰਖੇਪ ਹੁੰਦੀ ਹੈ। ਉਸ ਵਿੱਚ ਵੇਰਵਿਆਂ ਵਿੱਚ ਜਾਣ ਅਤੇ ਵਿਸ਼ਲੇਸ਼ਣ ਕਰਨ ਦੀ ਯੋਗਤਾ ਨਹੀਂ ਹੁੰਦੀ। ਉਹ ਬਹਿਸ ਨਹੀਂ ਕਰਦਾ। ਉਸ ਦਾ ਚਿਹਰਾ ਹਰ ਵੇਲੇ ਕੁਝ ਗੁਆਚਣ ਦਾ ਸੋਗ ਅਤੇ ਕੁਝ ਲੱਭਣ ਦਾ ਯਤਨ ਕਰ ਰਿਹਾ ਪ੍ਰਤੀਤ ਹੁੰਦਾ ਹੈ, ਜਿਸ ਕਾਰਨ ਉਸ ਦੇ ਚਿਹਰੇ 'ਤੇ ਰੌਣਕ ਨਹੀਂ ਹੁੰਦੀ। ਅਜਿਹੇ ਵਿਅਕਤੀ ਨਾਲ ਗੱਲਾਂ ਕਰਦਿਆਂ ਇੰਝ ਲੱਗਦਾ ਹੈ ਜਿਵੇਂ ਚਾਨਣਾ ਹਨੇਰੇ ਨਾਲ ਮੁਲਾਕਾਤ ਕਰ ਰਿਹਾ ਹੋਵੇ। ਇਹ ਗੱਲਬਾਤ ਅਕਸਰ ਬੋਝਲ ਹੋ ਜਾਂਦੀ ਹੈ। ਨੇਤਰਹੀਨ ਵਿਅਕਤੀ ਬੋਲਣ ਦੇ ਮੁਕਾਬਲੇ ਸੁਣਨ ਪ੍ਰਤੀ ਵਧੇਰੇ ਸੁਚੇਤ ਹੁੰਦਾ ਹੈ। ਉਹ ਸੁਣਨ ਰਾਹੀਂ ਸਥਿਤੀ ਨੂੰ ਮਾਪਦਾ, ਤੋਲਦਾ, ਬੋਲਣ ਵਾਲੇ ਸੰਬੰਧੀ ਅਨੁਮਾਨ ਲਾਉਂਦਾ ਅਤੇ ਆਪਣੇ ਪ੍ਰਤੀਕਰਮ ਵਿਉਂਤਦਾ ਹੈ। ਅਜਿਹੇ ਵਿਅਕਤੀ ਕੋਲ ਬਹੁਤਾ ਸਮਾਨ ਨਹੀਂ ਹੁੰਦਾ ਕਿਉਂਕਿ ਉਸ ਕੋਲ ਸਮਾਨ ਨੂੰ ਸਾਂਭਣ, ਰੱਖਣ, ਚੁੱਕਣ ਆਦਿ ਦੀ ਯੋਗਤਾ ਨਹੀਂ ਹੁੰਦੀ। ਉਹ ਸੰਖੇਪ ਅਤੇ ਸੰਜਮੀ ਜੀਵਨ ਜਿਉਂਦਾ ਹੈ। ਚਾਹੁਣ ਦੇ ਬਾਵਜੂਦ ਕੋਈ ਉਸ ਦੀ ਨਿਰੰਤਰ ਮਦਦ ਨਹੀਂ ਕਰ ਸਕਦਾ। ਅਜਿਹੇ ਵਿਅਕਤੀ ਦਾ ਸੰਸਾਰ ਨਾਲ ਸੰਪਰਕ ਸੀਮਿਤ ਹੁੰਦਾ ਹੈ। ਸੰਸਾਰ ਨਾਲ ਮਨੁੱਖ ਦਾ ਸੰਪਰਕ ਅੱਖਾਂ, ਕੰਨਾਂ, ਨੱਕ, ਜ਼ੁਬਾਨ ਅਤੇ ਚਮੜੀ ਰਾਹੀਂ ਹੁੰਦਾ ਹੈ। ਸਾਡੇ ਸਰੀਰ ਦੇ ਇਹ ਸਾਰੇ ਦੁਆਰ ਸੰਸਾਰ ਵੱਲ ਖੁੱਲ੍ਹਦੇ ਹਨ। ਆਲੇ ਦੁਆਲੇ ਦੀ ਲਗਭਗ 80% ਸੂਚਨਾ ਸਾਨੂੰ ਅੱਖਾਂ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ ਲਗਭਗ 18% ਸੂਚਨਾ ਅਸੀਂ ਕੰਨਾਂ ਰਾਹੀਂ ਪ੍ਰਾਪਤ ਕਰਦੇ ਹਾਂ। ਅੱਖਾਂ ਰਾਹੀਂ ਸਾਨੂੰ ਕਿਸੇ ਚੀਜ਼ ਦੇ ਗੋਲ ਜਾਂ ਚੌਰਸ ਆਦਿ ਹੋਣ ਦਾ ਪਤਾ ਲੱਗਦਾ ਹੈ। ਕਿਸੇ ਚੀਜ਼ ਦੇ ਛੋਟੀ ਵੱਡੀ ਹੋਣ, ਦੂਰ ਨੇੜੇ ਹੋਣ, ਅੱਗੇ ਪਿੱਛੇ, ਉੱਚੀ ਨੀਵੀਂ ਹੋਣ ਆਦਿ ਦਾ ਪਤਾ ਵੀ ਅੱਖਾਂ ਰਾਹੀਂ ਲੱਗਦਾ ਹੈ। ਰੰਗ ਰੂਪ ਦੀ ਅਤੇ ਸੁਹਜ ਦੀ ਸੋਝੀ ਵੀ ਅੱਖਾਂ ਤੋਂ ਪ੍ਰਾਪਤ ਹੁੰਦੀ ਹੈ। ਕਿਸੇ ਵਸਤੂ ਦੇ ਲਾਭਕਾਰੀ ਜਾਂ ਹਾਨੀਕਾਰਕ, ਸੋਹਣੀ ਜਾਂ ਕੋਝੀ ਹੋਣ ਦਾ ਪਤਾ ਵੀ ਅੱਖਾਂ ਰਾਹੀਂ ਲੱਗਦਾ ਹੈ। ਕਿਸੇ ਵਿਅਕਤੀ ਦੀਆਂ ਅੱਖਾਂ ਤੋਂ ਹੀ ਉਸ ਵਿਅਕਤੀ ਦੀ ਮਾਨਸਿਕ ਹਾਲਤ, ਬੌਧਿਕ ਪੱਧਰ, ਅਸੱਭਿਅਕ ਹੋਣ ਦੀ ਸੂਚਨਾ ਮਿਲਦੀ ਹੈ। ਦਿਮਾਗੀ ਪੱਖੋਂ ਊਣਾ ਵਿਅਕਤੀ ਸਿੱਧਾ ਵੇਖ ਨਹੀਂ ਸਕਦਾ, ਜਿਸ ਕਾਰਨ ਉਹ ਸਿੱਧਾ ਟੁਰ ਅਤੇ ਸਿੱਧਾ ਬੋਲ ਨਹੀਂ ਸਕਦਾ। ਉਸ ਕੋਲ ਸੇਧ ਨਹੀਂ ਹੁੰਦੀ। ਬੌਧਿਕ ਵਿਕਾਸ ਨਾਲ ਅੱਖਾਂ ਦੀ ਚਮਕ ਅਤੇ ਹੱਥਾਂ ਦੀ ਸਮਰੱਥਾ ਵਧਦੀ ਹੈ। ਸੰਸਾਰ ਵਿੱਚ ਸੁੰਦਰਤਾ ਦੇ ਪੈਮਾਨੇ ਨਿਰੰਤਰ ਬਦਲਦੇ ਰਹੇ ਹਨ, ਪਰ ਅੱਖਾਂ ਦੀ ਚਮਕ ਹਮੇਸ਼ਾ ਹੀ ਸੁੰਦਰਤਾ ਦਾ ਬੁਨਿਆਦੀ ਅੰਗ ਰਹੀ ਹੈ। ਜੇ ਕਿਸੇ ਨਾਲ ਅੱਖਾਂ ਨਾ ਮਿਲਣ ਤਾਂ ਸਾਨੂੰ ਉਸ ਨਾਲ ਮਿਲ ਕੇ ਵੀ ਮਿਲਣ ਦੀ ਤਸੱਲੀ ਨਹੀਂ ਹੁੰਦੀ ਕਿਉਂਕਿ ਗੱਲਬਾਤ ਸੰਤੁਸ਼ਟ ਨਹੀਂ ਕਰਦੀ। ਨੇਤਰਹੀਨ ਵਿਅਕਤੀ ਕੋਲ ਅੱਖਾਂ ਨਹੀਂ ਹੁੰਦੀਆਂ, ਸੋ ਉਹ ਆਪਣੇ ਕੰਨਾਂ ਨੂੰ ਵਧੇਰੇ ਵਰਤਦਾ ਹੈ। ਉਹ ਕੰਨਾਂ ਤੋਂ ਅੱਖਾਂ ਦਾ ਵੀ ਕੰਮ ਲੈਂਦਾ ਹੈ। ਸੁਣਨਾ ਉਂਝ ਵੀ ਵੇਖਣ ਦੀ ਸਹਿਯੋਗੀ ਸ਼ਕਤੀ ਹੈ। ਜਿਵੇਂ ਸੁਣ ਕੇ ਦੱਸਿਆ ਜਾ ਸਕਦਾ ਹੈ ਕਿ ਸਾਡੇ ਪਿੱਛੇ ਟਰੈਕਟਰ ਆ ਰਿਹਾ ਹੈ ਜਾਂ ਟਰੱਕ ਆ ਰਿਹਾ ਹੈ।
ਨੇਤਰਹੀਣ ਕਿਸੇ ਬਾਰੇ ਅਨੁਮਾਨ ਉਸ ਦੀ ਆਵਾਜ਼ ਰਾਹੀਂ ਲਾਉਂਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਅਸਲ ਸੋਹਣਾ ਉਹ ਹੈ ਜਿਹੜਾ ਅੰਨ੍ਹੇ ਨੂੰ ਵੀ ਸੋਹਣਾ ਲੱਗੇ। ਨੇਤਰਹੀਣ ਵਿਅਕਤੀ ਦੂਜੇ ਵਿਅਕਤੀ ਦੀ ਆਵਾਜ਼ ਰਾਹੀਂ ਉਸ ਦੀ ਉਮਰ, ਸਰੀਰਕ ਡੀਲ ਡੋਲ, ਕੱਦ ਕਾਠ, ਬੌਧਿਕ ਪੱਧਰ, ਸਲੀਕਾ, ਚੱਜ ਆਚਾਰ, ਚਲਾਕੀ, ਭੋਲਾਪਣ, ਨਿਮਰਤਾ, ਸੁਹਿਰਦਤਾ, ਭਾਵਨਾ, ਮਨੋਰਥ ਅਤੇ ਬੋਲਣ ਵਾਲੇ ਦੇ ਬੈਠੇ ਜਾਂ ਖਲੋਤੇ ਹੋਣ, ਦੂਰ ਜਾਂ ਨੇੜੇ ਹੋਣ ਬਾਰੇ ਜਾਣ ਸਕਦਾ ਹੈ। ਆਪਣੀ ਛੜੀ ਨੂੰ ਜ਼ਮੀਨ ਨਾਲ ਟਕਰਾ ਕੇ ਉਹ ਰੁਕਣ, ਸਾਵਧਾਨ ਹੋਣ ਜਾਂ ਚੱਲਦੇ ਰਹਿਣ ਦਾ ਨਿਰਣਾ ਕਰਦਾ ਹੈ। ਨੇਤਰਹੀਣ ਜੇ ਸੱਭਿਅਕ ਲੋਕਾਂ ਵਿੱਚ ਰਹੇ ਤਾਂ ਉਸ ਵਿੱਚ ਵੱਖ-ਵੱਖ ਆਵਾਜ਼ਾਂ ਦੇ ਗੁਣ, ਲੱਛਣ, ਸੂਖਮਤਾ, ਮਧੁਰਤਾ ਆਦਿ ਦੀ ਸੋਝੀ ਜਾਗਦੀ ਹੈ। ਨੇਤਰਹੀਣ ਵਿਅਕਤੀ ਦੀ ਦ੍ਰਿਸ਼ਟੀ ਤੋਂ ਆਵਾਜ਼ ਹਲਕੀ, ਭਾਰੀ, ਬਰੀਕ, ਮੋਟੀ, ਚੀਰਵੀਂ, ਸੁਰੀਲੀ, ਕਾਹਲੀ, ਟਿਕੀ ਹੋਈ, ਗੰਭੀਰ, ਹੋਛੀ, ਗੂੰਜਵੀਂ, ਬੈਠੀ ਹੋਈ, ਖੜਕਵੀਂ, ਚੀਕਵੀਂ, ਤੇਜ਼, ਰੁਕੀ ਹੋਈ, ਲਮਕਵੀਂ, ਡੂੰਘੀ, ਬੇਧਿਆਨੀ, ਥਥਲਾਉਂਦੀ, ਦੱਬਵੀਂ ਅਤੇ ਗਰਜਵੀਂ ਹੁੰਦੀ ਹੈ। ਕਿਸੇ ਨੂੰ ਪਛਾਣਨ ਲਈ ਆਵਾਜ਼ ਨੇਤਰਹੀਣ ਵਿਅਕਤੀ ਲਈ ਵਿਸ਼ੇਸ਼ ਕਰਕੇ ਅਤੇ ਸਧਾਰਨ ਵਿਅਕਤੀਆਂ ਲਈ ਆਮ ਕਰਕੇ ਭਰੋਸੇਮੰਦ ਸਾਧਨ ਹੁੰਦੀ ਹੈ। ਆਵਾਜ਼ ਦੀ ਸੂਖਮ ਅਤੇ ਵਿਸ਼ਾਲ ਸੋਝੀ ਰੱਖਣ ਕਾਰਨ ਹੀ ਬਹੁਤੇ ਨੇਤਰਹੀਣ ਵਿਅਕਤੀ ਸੰਗੀਤ ਵਿੱਚ ਰੁਚੀ ਲੈਂਦੇ ਹਨ, ਜਿਸ ਰਾਹੀਂ ਉਹ ਆਪਣੇ ਜੀਵਨ ਨੂੰ ਸਾਰਥਕ ਕਰਦੇ ਹਨ ਅਤੇ ਸਮਾਜ ਲਈ ਲਾਭਕਾਰੀ ਸਾਬਤ ਹੁੰਦੇ ਹਨ। ਨੇਤਰਹੀਣ ਹੋਣ ਦੀ ਸਥਿਤੀ ਵਿੱਚ ਜੀਵਤ ਰਹਿਣ ਦੀ ਸਹੂਲਤ ਕੇਵਲ ਮਨੁੱਖੀ ਸਮਾਜ ਵਿੱਚ ਹੈ। ਜੇ ਸਮਾਜ ਸਹਿਯੋਗ ਨਾ ਦੇਵੇ ਤਾਂ ਨੇਤਰਹੀਣ ਵਿਅਕਤੀ ਜੀਵਤ ਨਹੀਂ ਰਹਿ ਸਕਦਾ। ਮਨੁੱਖਾਂ ਵਿੱਚ ਵੀ ਕੇਵਲ ਪੁਰਸ਼ ਇਸ ਮੁਸ਼ਕਿਲ ਨੂੰ ਬਰਦਾਸ਼ਤ ਕਰਦੇ ਹਨ। ਕਿਸੇ ਨੇਤਰਹੀਣ ਇਸਤਰੀ ਲਈ ਸਮੱਸਿਆਵਾਂ ਕਈ ਗੁਣਾ ਵੱਧ ਜਾਂਦੀਆਂ ਹਨ। ਨੇਤਰਹੀਣ ਧੀਆਂ ਅਕਸਰ ਮਾਪਿਆਂ ਦੀ ਕਰਤੱਵ, ਕੁਰਬਾਨੀ ਅਤੇ ਸੇਵਾ ਦੀ ਭਾਵਨਾ ਕਾਰਨ ਉਹਨਾਂ ਦੀ ਦੇਖਭਾਲ ਅਧੀਨ ਜੀਵਤ ਰਹਿੰਦੀਆਂ ਹਨ, ਪਰ ਇਹਨਾਂ ਦਾ ਜੀਵਨ ਬੜਾ ਸੀਮਿਤ ਹੁੰਦਾ ਹੈ। ਘਰ ਦੇ ਅੰਦਰ ਨੇਤਰਹੀਣਤਾ ਨੂੰ ਵਿਚਰਨ ਵਿੱਚ ਮੁਸ਼ਕਿਲ ਨਹੀਂ ਆਉਂਦੀ। ਪਰਿਵਾਰ ਵੀ ਇਹਨਾਂ ਉੱਤੇ ਬਹੁਤੀਆਂ ਜ਼ਿੰਮੇਵਾਰੀਆਂ ਨਹੀਂ ਪਾਉਂਦਾ। ਕੁਦਰਤ ਵਿੱਚ ਉਹੀ ਜੀਵ ਜੰਤੂ ਜਿਉਂਦੇ ਰਹਿ ਸਕਦੇ ਹਨ ਜਿਹੜੇ ਪੂਰਨ ਭਾਂਤ ਤੰਦਰੁਸਤ ਹੋਣ, ਨਹੀਂ ਤਾਂ ਉਹ ਖਾਰਜ ਹੋ ਜਾਂਦੇ ਹਨ। ਇਹ ਕੇਵਲ ਮਨੁੱਖੀ ਨਸਲ ਵਿੱਚ ਸੰਭਵ ਹੈ ਕਿ ਬੌਧਿਕ ਅਤੇ ਸਰੀਰਕ ਪੱਖੋਂ ਅਪੰਗ ਵਿਅਕਤੀ ਵੀ ਜੀਵਤ ਰਹਿੰਦੇ ਹਨ, ਪਰ ਇਹ ਤਾਂ ਹੀ ਸੰਭਵ ਹੁੰਦਾ ਹੈ ਜੇ ਕੋਈ ਤੰਦਰੁਸਤ ਵਿਅਕਤੀ ਉਹਨਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਲਵੇ। ਪਸ਼ੂਆਂ ਵਿੱਚ ਕੋਈ ਪਸ਼ੂ ਕਿਸੇ ਹੋਰ ਪਸ਼ੂ ਦੀ ਦੇਖਭਾਲ ਨਹੀਂ ਕਰ ਸਕਦਾ, ਸੋ ਪਸ਼ੂਆਂ ਵਿੱਚ ਇਹ ਸੋਝੀ ਉਤਪੰਨ ਹੀ ਨਹੀਂ ਹੋਈ। ਪਸ਼ੂ ਪੰਛੀ ਵੀ ਨੇਤਰਹੀਣ ਹੋ ਜਾਂਦੇ ਹਨ, ਪਰ ਉਹ ਪੂਰੀ ਤਰ੍ਹਾਂ ਨੇਤਰਹੀਣ ਹੋਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਨੇਤਰਹੀਣ ਵਿਅਕਤੀ ਸੀਮਤ ਆਲੇ ਦੁਆਲੇ ਨਾਲ ਆਪਣੇ ਆਪ ਨੂੰ ਇਕਸੁਰ ਕਰ ਲੈਂਦਾ ਹੈ। ਇੱਕ ਹੋਸਟਲ ਵਿੱਚ ਇੱਕ ਨੇਤਰਹੀਣ ਵਿਦਿਆਰਥਣ ਵੀ ਰਹਿੰਦੀ ਸੀ। ਉਹ ਨੇੜੇ ਤੇੜੇ ਅਤੇ ਉੱਪਰ ਥੱਲੇ ਆਪੇ ਆ ਜਾਂਦੀ ਸੀ ਅਤੇ ਆਪੇ ਜਾ ਸਕਦੀ ਸੀ। ਜੇ ਲੋੜ ਪੈਂਦੀ ਤਾਂ ਹੋਰ ਲੜਕੀਆਂ ਉਸ ਦੀ ਮਦਦ ਕਰਦੀਆਂ ਸਨ, ਪਰ ਆਪਣੇ ਸਾਰੇ ਕਾਰਜ ਉਹ ਆਪ ਸਾਧ ਲੈਂਦੀ ਸੀ। ਇੱਕ ਰਾਤ ਇੱਕ ਸਮਾਗਮ ਵਿੱਚ ਬਿਜਲੀ ਚਲੀ ਗਈ। ਘੁੱਪ ਹਨੇਰਾ ਹੋ ਗਿਆ, ਪਰ ਬਿਜਲੀ ਚਲੇ ਜਾਣ ਦਾ ਰੌਲਾ ਸੁਣ ਕੇ ਉਸ ਨੇਤਰਹੀਣ ਲੜਕੀ ਨੇ ਬੜੇ ਵਿਸ਼ਵਾਸ ਨਾਲ ਕਿਹਾ, ਘਬਰਾਓ ਨਾ, ਮੇਰੇ ਪਿੱਛੇ ਪਿੱਛੇ ਆ ਜਾਓ, ਮੈਂ ਤੁਹਾਨੂੰ ਪਹੁੰਚਾ ਦੇਵਾਂਗੀ। ਕਈ ਜਮਾਂਦਰੂ ਨੇਤਰਹੀਣ ਹੁੰਦੇ ਹਨ। ਕੁਝ ਕਿਸੇ ਦੁਰਘਟਨਾ, ਬਿਮਾਰੀ, ਅਣਗਹਿਲੀ ਜਾਂ ਕਿਸੇ ਹੋਰ ਕਾਰਨ ਦ੍ਰਿਸ਼ਟੀ ਗੁਆ ਬੈਠਦੇ ਹਨ। ਕਈਆਂ ਦੀ ਨੇਤਰਹੀਣਤਾ ਡੂੰਘੀ ਅਤੇ ਮਨੋਵਿਗਿਆਨਕ ਹੁੰਦੀ ਹੈ। ਇੱਕ ਲੜਕੀ ਨੂੰ ਉਸਦੀ ਮਾਂ ਅੱਖਾਂ ਦੇ ਡਾਕਟਰ ਕੋਲ ਲੈ ਕੇ ਗਈ ਅਤੇ ਦੱਸਿਆ ਕਿ ਇਹ ਅੰਨ੍ਹੀ ਹੋ ਗਈ ਹੈ। ਜਾਂਚ ਕਰਕੇ ਡਾਕਟਰ ਨੇ ਕਿਹਾ, ਇਸ ਦੀਆਂ ਅੱਖਾਂ ਸਰੀਰਕ ਪੱਖੋਂ ਠੀਕ ਹਨ, ਪਰ ਮਨੋਵਿਗਿਆਨਕ ਪੱਖੋਂ ਇਹ ਅੰਨ੍ਹੀ ਹੈ। ਦੱਸਦੀ ਹੈ, ਕਿਸੇ ਨਾਲ ਪਿਆਰ ਹੋ ਗਿਆ ਸੀ, ਪਰ ਪਰਿਵਾਰ ਨੇ ਇਸ ਦਾ ਉਸ ਨਾਲ ਮਿਲਣਾ ਗਿਲਣਾ ਬੰਦ ਕਰਕੇ ਇਸ ਨੂੰ ਇੱਕ ਹਨੇਰੇ ਕਮਰੇ ਵਿੱਚ ਬੰਦ ਕਰ ਦਿੱਤਾ ਸੀ। ਇਹ ਕਹਿੰਦੀ ਹੈ ਕਿ ਇਸ ਨੂੰ ਆਪਣੇ ਪ੍ਰੇਮੀ ਤੋਂ ਸਿਵਾਏ ਕਿਸੇ ਹੋਰ ਨੂੰ ਵੇਖਣ ਦੀ ਇੱਛਾ ਹੀ ਨਹੀਂ ਹੈ। ਇਸ ਦੀਆਂ ਅੱਖਾਂ ਨੇ ਆਤਮਘਾਤ ਕਰ ਲਿਆ ਹੈ। ਜਿਹੜੇ ਜਮਾਂਦਰੂ ਨੇਤਰਹੀਣ ਨਹੀਂ ਹੁੰਦੇ ਅਤੇ ਮਗਰੋਂ ਪੂਰੇ ਜਾਂ ਅੰਸ਼ਿਕ ਨੇਤਰਹੀਣ ਹੋ ਜਾਂਦੇ ਹਨ, ਉਹ ਨੇਤਰਹੀਣ ਹੋਣ ਤੋਂ ਪਹਿਲਾਂ ਵੇਖੀਆਂ ਇਮਾਰਤਾਂ, ਵਿਅਕਤੀਆਂ, ਘਟਨਾਵਾਂ ਆਦਿ ਦੇ ਹਵਾਲਿਆਂ ਨਾਲ ਗੱਲਾਂ ਕਰਦੇ ਹਨ। ਇਹਨਾਂ ਕੋਲ ਲੋਕ ਪਰਲੋਕ ਦੋਵੇਂ ਪ੍ਰਕਾਰ ਦਾ ਅਨੁਭਵ ਹੁੰਦਾ ਹੈ, ਪਰ ਇਹਨਾਂ ਦਾ ਆਲੇ ਦੁਆਲੇ 'ਤੇ ਨਿਯੰਤਰਣ ਨਹੀਂ ਹੁੰਦਾ ਅਤੇ ਇਹਨਾਂ ਨੂੰ ਤਾਲਮੇਲ ਦੀ ਸਮੱਸਿਆ ਦਾ ਨਿਰੰਤਰ ਸਾਹਮਣਾ ਕਰਨਾ ਪੈਂਦਾ ਹੈ। ਮੇਰੇ ਇੱਕ ਜਾਣੂ ਅਧਿਆਪਕ 5 ਸਾਲ ਦੇ ਅਰਸੇ ਵਿੱਚ ਪੂਰੀ ਤਰ੍ਹਾਂ ਦ੍ਰਿਸ਼ਟੀ ਗੁਆ ਬੈਠੇ ਸਨ। ਉਹਨਾਂ ਨੂੰ ਭਾਂਤ ਭਾਂਤ ਦੀਆਂ ਮੁਸ਼ਕਿਲਾਂ, ਪਰੇਸ਼ਾਨੀਆਂ ਅਤੇ ਅਪਮਾਨਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਨੇ ਬਲੈਕਬੋਰਡ ਵਰਤਣਾ ਤਿਆਗ ਦਿੱਤਾ ਸੀ। ਵਿਦਿਆਰਥੀਆਂ ਦੇ ਲਿਖੇ ਦੀ ਪਰਖ ਕਰਨੀ ਛੱਡ ਦਿੱਤੀ ਸੀ। ਉਹਨਾਂ ਦਾ ਆਪਣਾ ਪੜ੍ਹਨਾ ਲਿਖਣਾ ਰਹਿ ਗਿਆ ਸੀ। ਕਲਾਸ ਵਿੱਚ ਆਪ ਪੜ੍ਹ ਨਾ ਸਕਣ ਕਾਰਨ ਉਹ ਕਿਸੇ ਵਿਦਿਆਰਥੀ ਨੂੰ ਪਾਠ ਪੜ੍ਹਨ ਲਈ ਕਹਿੰਦੇ ਸਨ। ਹਨੇਰਾ ਪੈ ਜਾਣ 'ਤੇ ਘਰ ਨਹੀਂ ਸੀ ਪਹੁੰਚ ਸਕਦੇ।
ਸਕੂਲ ਦੇ ਕਿਸੇ ਕਾਰਜ ਵਿੱਚ ਸ਼ਾਮਲ ਨਹੀਂ ਸਨ ਹੋ ਸਕਦੇ। ਉਹਨਾਂ ਨੇ ਰਿਸ਼ਤੇਦਾਰੀ ਵਿੱਚ ਆਉਣਾ ਜਾਣਾ ਬੰਦ ਕਰ ਦਿੱਤਾ ਸੀ। ਮੁਸ਼ਕਲ ਉਦੋਂ ਹੁੰਦੀ ਸੀ ਜਦੋਂ ਕੋਈ ਉਹਨਾਂ ਦੀ ਹਾਲਤ ਤੋਂ ਅਣਜਾਣ ਉਹਨਾਂ ਨੂੰ ਕੁਝ ਪੜ੍ਹਨ ਲਈ ਕਹਿੰਦਾ ਸੀ। ਉਹਨਾਂ ਲਈ ਸਭ ਤੋਂ ਵੱਡੀ ਸਮੱਸਿਆ ਆਪਣੀ ਸਥਿਤੀ ਨੂੰ ਸਵੀਕਾਰਨ ਦੀ ਸੀ, ਜਿਸ ਕਾਰਨ ਉਹਨਾਂ ਦਾ ਨਾਂ ਧ੍ਰਿਤਰਾਸ਼ਟਰ ਰੱਖ ਦਿੱਤਾ ਗਿਆ ਸੀ। ਭੈੜੀ ਗੱਲ ਇਹ ਸੀ ਕਿ ਜਿਸ ਇਲਾਕੇ ਵਿੱਚ ਉਹ ਰਹਿੰਦੇ ਸਨ, ਉੱਥੇ ਨੇਤਰਹੀਣਾਂ ਪ੍ਰਤੀ ਸਮਾਜ ਦਾ ਦ੍ਰਿਸ਼ਟੀਕੋਣ ਨਾ ਉਸਾਰੂ ਸੀ, ਨਾ ਸਹਿਯੋਗੀ। ਉਹਨਾਂ ਦੀ 5 ਸਾਲ ਦੀ ਤਣਾਅ ਭਰੀ ਸਥਿਤੀ ਨੇ ਉਹਨਾਂ ਦੀ ਉਮਰ ਵਿੱਚ 20 ਸਾਲ ਜੋੜ ਦਿੱਤੇ ਸਨ। ਉਹਨਾਂ ਦੇ ਸਾਰੇ ਸੁਪਨੇ ਮਰ ਗਏ ਸਨ। ਹਰੇਕ ਨੇਤਰਹੀਣ ਦੀ ਇੱਕ ਦੁਖਦਾਈ ਕਹਾਣੀ ਹੁੰਦੀ ਹੈ। ਇੱਕ ਨੇਤਰਹੀਣ ਇਸਤਰੀ ਦੱਸ ਰਹੀ ਸੀ ਕਿ ਇੱਕ ਲੜਕੀ ਪਰਿਵਾਰ ਦੀ ਚੌਥੀ ਧੀ ਸੀ। ਚੇਚਕ ਨਾਲ ਉਸ ਦੀ ਨਜ਼ਰ ਜਾਂਦੀ ਰਹੀ ਸੀ। ਕੁਝ ਅਰਸਾ ਉਸ ਨੂੰ ਕੇਵਲ ਪਰਛਾਵੇਂ ਦਿਸਦੇ ਸਨ ਅਤੇ 8 ਸਾਲ ਦੀ ਉਮਰ ਵਿੱਚ ਉਸ ਨੂੰ ਦਿਸਣਾ ਬੰਦ ਹੋ ਗਿਆ ਸੀ। ਉਸ ਦੇ ਗਰੀਬ ਮਾਪਿਆਂ ਕੋਲ ਇਲਾਜ ਕਰਵਾਉਣ ਦੇ ਸਾਧਨ ਨਹੀਂ ਸਨ। ਜਦੋਂ ਉਹ 5 ਸਾਲ ਦੀ ਹੋਈ ਤਾਂ ਇੱਕ ਦਿਨ ਉਸ ਦੀ ਮਾਂ ਉਸ ਨੂੰ ਬੱਸ ਅੱਡੇ ਲੈ ਗਈ ਅਤੇ ਬਿਸਕੁਟਾਂ ਦਾ ਪੈਕਟ ਦੇ ਕੇ ਉਸ ਨੂੰ ਉੱਥੇ ਬੈਠਣ ਲਈ ਕਿਹਾ। ਉਸ ਨੂੰ ਬਿਸਕੁਟਾਂ ਦਾ ਪੂਰਾ ਪੈਕਟ ਪਹਿਲੀ ਵਾਰ ਮਿਲਿਆ ਸੀ। ਉਹ ਉੱਥੇ ਬੈਠੀ ਆਪਣੀ ਮਾਂ ਨੂੰ ਉਡੀਕਦੀ ਰਹੀ। ਸਵੇਰ ਤੋਂ ਸ਼ਾਮ ਪੈ ਗਈ ਸੀ। ਮਾਂ ਨੇ ਲਾਲ ਸਾੜੀ ਪਾਈ ਹੋਈ ਸੀ। ਉਹ ਹਰ ਲਾਲ ਕੱਪੜੇ ਦੇ ਝਾਵਲੇ ਵਿੱਚੋਂ ਮਾਂ ਲੱਭਦੀ ਰਹੀ। ਬਿਸਕੁਟਾਂ ਦਾ ਪੈਕਟ ਭੁੱਲ ਗਿਆ। ਭੁੱਖ ਪਿਆਸ ਨਾਲ ਥੱਕ ਕੇ ਉਹ ਰੋਂਦੀ ਰੋਂਦੀ ਸੌ ਗਈ। ਕੋਈ ਉਸ ਨੂੰ ਇੱਕ ਆਸ਼ਰਮ ਵਿੱਚ ਛੱਡ ਗਿਆ ਸੀ। ਉੱਥੇ ਵੀ ਉਹ ਮਾਂ ਨੂੰ ਉਡੀਕਦੀ ਰਹੀ। ਹਫ਼ਤੇ, ਮਹੀਨੇ, ਸਾਲ ਬੀਤ ਗਏ, ਪਰ ਉਸ ਦੀ ਉਡੀਕ ਨਾ ਮੁੱਕੀ। ਉਹ ਲੜਕੀ ਹਨੇਰੀ ਦੁਨੀਆ ਵਿੱਚ ਇਕੱਲੀ ਸੀ। ਉਸ ਇਸਤਰੀ ਨੇ ਦੱਸਿਆ, ਉਹ ਬਦਨਸੀਬ ਲੜਕੀ ਮੈਂ ਸਾਂ। ਜਿਹੜੇ ਜਮਾਂਦਰੂ ਨੇਤਰਹੀਣ ਹੁੰਦੇ ਹਨ, ਭਾਵੇਂ ਉਹ ਕਿਸੇ ਦੀਆਂ ਅੱਖਾਂ ਮਿਲਣ ਉਪਰੰਤ ਵੇਖਣ ਲੱਗ ਪੈਂਦੇ ਹਨ, ਪਰ ਉਹਨਾਂ ਨੂੰ ਅੱਖਾਂ ਕੁਦਰਤ ਵੱਲੋਂ ਜਨਮ ਸਮੇਂ ਹੀ ਨਾ ਮਿਲਣ ਕਾਰਨ ਚੀਜ਼ਾਂ ਨਾਲ ਤਾਲਮੇਲ ਉਸਾਰਨ ਵਿੱਚ ਲੰਮਾ ਅਰਸਾ ਲੱਗਦਾ ਹੈ। ਕਿਉਂਕਿ ਉਹ ਬੜੀ ਦੇਰ ਮਗਰੋਂ ਸਭ ਕੁਝ ਪਹਿਲੀ ਵਾਰ ਵੇਖ ਰਹੇ ਹੁੰਦੇ ਹਨ। ਉਹਨਾਂ ਕੋਲ ਚੀਜ਼ਾਂ ਦਾ ਸੰਕਲਪ ਅਤੇ ਸ਼ਬਦਾਵਲੀ ਨਹੀਂ ਹੁੰਦੀ। ਉਹਨਾਂ ਨਾਲ ਸਭ ਕੁਝ ਪਹਿਲੀ ਵਾਰ ਵਾਪਰ ਰਿਹਾ ਹੁੰਦਾ ਹੈ। ਉਹ ਮੁੱਢ ਵਿੱਚ ਅੱਖਾਂ ਦੀ ਸਹੀ ਵਰਤੋਂ ਨਾ ਕਰ ਸਕਣ ਕਰਕੇ ਬੜੇ ਪਰੇਸ਼ਾਨ ਹੁੰਦੇ ਹਨ ਅਤੇ ਉਹ ਸੌਖੇ ਅਤੇ ਸੁਖੀ ਹੋਣ ਲਈ ਕਈ ਵਾਰੀ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ। ਉਹ ਮਿਲੀਆਂ ਅੱਖਾਂ ਦੀ ਦ੍ਰਿਸ਼ਟੀ ਦੇ ਬਾਵਜੂਦ ਪੁਰਾਣੀ ਆਦਤ ਕਾਰਨ ਵਸਤਾਂ ਨੂੰ ਛੂਹ ਕੇ ਪ੍ਰਗਟਾਉਂਦੇ ਹਨ। ਵੇਖ ਕੇ ਕੋਈ ਚੀਜ਼ ਤਾਂ ਹੀ ਪਛਾਣੀ ਜਾਂਦੀ ਹੈ ਕਿਉਂਕਿ ਉਸ ਚੀਜ਼ ਦਾ ਅਕਸ ਸਾਡੀ ਚੇਤਨਾ ਵਿੱਚ ਪਹਿਲਾਂ ਹੀ ਹੁੰਦਾ ਹੈ। ਕਿਸੇ ਦੀਆਂ ਅੱਖਾਂ ਪ੍ਰਾਪਤ ਕਰਨ ਵਾਲਾ ਵਿਅਕਤੀ ਚੀਜ਼ਾਂ ਨੂੰ ਨਜ਼ਰਾਂ ਨਾਲ ਛੂੰਹਦਾ ਹੈ। ਇੱਕ ਵਾਰੀ 25 ਸਾਲ ਦਾ ਲੜਕਾ ਗੱਡੀ ਵਿੱਚੋਂ ਬਾਹਰ ਵੇਖ ਕੇ ਆਪਣੇ ਪਿਤਾ ਨੂੰ ਬੱਚੇ ਵਾਂਗ ਕਹਿ ਰਿਹਾ ਸੀ, ਪਿਤਾ ਜੀ ਵੇਖੋ, ਮੀਂਹ ਪੈ ਰਿਹਾ ਹੈ, ਦਰਖਤ ਦੌੜਦੇ ਜਾ ਰਹੇ ਹਨ। ਉਹ ਸਾਰਾ ਸਫ਼ਰ ਬਾਹਰ ਹੀ ਵੇਖਦਾ ਰਿਹਾ ਸੀ। ਉਸਦੇ ਬਚਕਾਨਾ ਵਿਹਾਰ ਸੰਬੰਧੀ ਸਵਾਰੀਆਂ ਕੰਨੋ ਕੰਨ ਗੱਲਾਂ ਕਰ ਰਹੀਆਂ ਸਨ। ਇੱਕ ਨਵਾਂ ਵਿਆਹਿਆ ਜੋੜਾ ਬੈਠਾ ਸੀ। ਦੁਲਹਨ ਦੇ ਕੱਪੜਿਆਂ 'ਤੇ ਖੁੱਲ੍ਹੀ ਬਾਰੀ ਵਿੱਚੋਂ ਮੀਂਹ ਦੀਆਂ ਕੁਝ ਕਣੀਆਂ ਪੈ ਗਈਆਂ ਸਨ। ਪਤੀ ਨੇ ਉਸ ਲੜਕੇ ਦੇ ਪਿਤਾ ਨੂੰ ਕਿਹਾ, ਬਾਰੀ ਬੰਦ ਕਿਉਂ ਨਹੀਂ ਕਰਦੇ? ਤੁਹਾਡਾ ਲੜਕਾ ਪਾਗਲ ਹੈ, ਇਸ ਨੂੰ ਕਿਸੇ ਪਾਗਲਖਾਨੇ ਦਾਖਲ ਕਰਵਾਓ। ਪਿਤਾ ਪਹਿਲਾਂ ਝੇਪਿਆ ਪਰ ਫਿਰ ਹਿੰਮਤ ਕਰਕੇ ਬੋਲਿਆ, ਇਹ ਬਚਪਨ ਤੋਂ ਅੰਨ੍ਹਾ ਸੀ। ਦੁਰਘਟਨਾ ਵਿੱਚ ਕਿਸੇ ਰਿਸ਼ਤੇਦਾਰ ਦੀ ਮੌਤ ਕਾਰਨ ਉਸ ਦੀਆਂ ਅੱਖਾਂ ਇਸ ਨੂੰ ਮਿਲੀਆਂ ਹਨ। ਅਸੀਂ ਹਸਪਤਾਲ ਤੋਂ ਆ ਰਹੇ ਹਾਂ। ਪਹਿਲਾਂ ਮੈਂ ਇਸ ਨੂੰ ਬੋਲ ਕੇ ਦੱਸਿਆ ਕਰਦਾ ਸਾਂ। ਇਹ ਸਭ ਕੁਝ ਅੱਜ ਪਹਿਲੀ ਵਾਰ ਵੇਖ ਰਿਹਾ ਹੈ, ਇਸ ਲਈ ਹੈਰਾਨ ਹੋ ਰਿਹਾ ਹੈ। ਅਸੀਂ ਤਾਂ ਵੇਖ ਕੇ ਵੀ ਨਹੀਂ ਵੇਖ ਰਹੇ। ਕੋਈ ਸਮਾਂ ਸੀ ਜਦੋਂ ਨੇਤਰਹੀਣਤਾ ਨੂੰ ਸਰਾਪ ਅਤੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਸਮਝਿਆ ਜਾਂਦਾ ਸੀ ਅਤੇ ਨੇਤਰਹੀਣ ਵਿਅਕਤੀ ਦਾ ਜੀਵਨ ਬਾਲ ਵਿਧਵਾ ਨਾਲੋਂ ਵੀ ਵਧੇਰੇ ਸਰਾਪਿਆ ਹੁੰਦਾ ਸੀ। ਉਹ ਕੇਵਲ ਮੰਗਤਾ ਹੀ ਬਣ ਸਕਦਾ ਸੀ। ਹੁਣ ਨੇਤਰਹੀਣਤਾ ਵਿਕਲਾਂਗਤਾ ਦੀਆਂ ਅਨੇਕਾਂ ਕਿਸਮਾਂ ਵਿੱਚੋਂ ਇੱਕ ਹੈ ਅਤੇ ਇਸ ਦੇ ਇਲਾਜ ਦੀਆਂ ਸੰਭਾਵਨਾਵਾਂ ਉਜਾਗਰ ਹੋ ਰਹੀਆਂ ਹਨ। ਚੰਗੀ ਗੱਲ ਇਹ ਹੈ ਕਿ ਹੁਣ ਵਿਕਲਾਂਗਾਂ ਪ੍ਰਤੀ ਸਮਾਜ ਦਾ ਦ੍ਰਿਸ਼ਟੀਕੋਣ ਬਦਲ ਰਿਹਾ ਹੈ। ਚੰਡੀਗੜ੍ਹ ਦੇ ਰੋਜ਼ ਗਾਰਡਨ ਵਿੱਚ ਇੱਕ ਅੰਨ੍ਹਾ ਮੰਗਤਾ ਕਿਹਾ ਕਰਦਾ ਸੀ, ਅੰਨ੍ਹਾ ਹਾਂ ਦਾਨ ਦਿਓ, ਕੋਈ ਨਹੀਂ ਦੇ ਰਿਹਾ ਸੀ। ਕੁਝ ਅਰਸੇ ਮਗਰੋਂ ਉਸਨੇ ਆਪਣੇ ਅੱਗੇ ਰੱਖੀ ਇੱਕ ਤਖ਼ਤੀ 'ਤੇ ਲਿਖਵਾਇਆ ਹੋਇਆ ਸੀ, ਗੁਲਾਬ ਖਿੜੇ ਹੋਏ ਹਨ, ਤੁਸੀਂ ਭਾਗਾਂ ਵਾਲੇ ਹੋ, ਗੁਲਾਬ ਵੇਖ ਸਕਦੇ ਹੋ। ਮੈਂ ਵੇਖ ਨਹੀਂ ਸਕਦਾ। ਸਾਰੇ ਦਾਨ ਦੇ ਰਹੇ ਸਨ। ਹੁਣ ਨੇਤਰਹੀਣਤਾ ਦਾ ਜੀਵਨ ਸਮਾਜ ਦੀ ਦਇਆ, ਕਰੁਣਾ ਅਤੇ ਤਰਸ ਉੱਤੇ ਨਿਰਭਰ ਨਹੀਂ ਕਰਦਾ। ਹੁਣ ਨੇਤਰਹੀਣ ਵੀ ਸਮਾਜ ਵਿੱਚ ਯੋਗਦਾਨ ਪਾਉਣ ਲੱਗ ਪਏ ਹਨ ਅਤੇ ਇਹਨਾਂ ਦੀ ਮਦਦ ਕਰਨ ਵਾਲੇ ਵੀ ਅੱਗੇ ਆਉਣ ਲੱਗ ਪਏ ਹਨ। ਅੱਖਾਂ ਵਾਲਿਆਂ ਅਤੇ ਉਹਨਾਂ ਦੇ ਵਿਹਾਰ ਨਾਲ ਅੱਕੀ ਬੱਕੀ ਅਤੇ ਨਿਰਾਸ਼ ਇੱਕ ਪ੍ਰਸਿੱਧ ਸੰਗੀਤਕਾਰ ਇਸਤਰੀ ਨੇ ਆਪਣੀ ਮਰਜ਼ੀ ਨਾਲ ਜਾਣ ਬੁੱਝ ਕੇ ਇੱਕ ਨੇਤਰਹੀਣ ਸੰਗੀਤਕਾਰ ਨਾਲ ਵਿਆਹ ਕਰਵਾਇਆ ਅਤੇ ਉਹ ਉਸ ਦੀ ਨਜ਼ਰ ਬਣੀ। ਰੂਸ ਦੇ ਸਕੂਲਾਂ ਵਿੱਚ ਹਰ ਰੋਜ਼ ਇੱਕ ਵਿਦਿਆਰਥੀ ਦੀਆਂ ਅੱਖਾਂ ਬੰਨ੍ਹੀਆਂ ਜਾਂਦੀਆਂ ਹਨ ਤਾਂ ਕਿ ਵਿਦਿਆਰਥੀ ਨੇਤਰਹੀਣਤਾ ਦੀ ਸਮੱਸਿਆ ਸਮਝ ਸਕੇ।
ਹੁਣ ਅੰਨ੍ਹਿਆਂ ਦੇ ਪੜ੍ਹਨ ਵਾਲੀ ਲਿਪੀ ਪੂਰੀ ਤਰ੍ਹਾਂ ਵਿਕਸਿਤ ਹੋ ਗਈ ਹੈ। ਵੇਖਿਆ ਗਿਆ ਹੈ ਕਿ ਕੋਈ ਕਿਸੇ ਪੱਖੋਂ ਵਿਕਲਾਂਗ ਹੋਵੇ, ਉਹ ਵਧੇਰੇ ਸੰਵੇਦਨਸ਼ੀਲ ਹੁੰਦਾ ਹੈ। ਵਧੇਰੇ ਸੰਵੇਦਨਸ਼ੀਲ ਹੋਣ ਕਰਕੇ ਹੀ ਹੁਣ ਵਿਕਲਾਂਗ ਵੀ ਚਿੱਤਰਕਾਰ, ਨਾਵਲਕਾਰ, ਕਵੀ, ਸੰਗੀਤਕਾਰ ਅਤੇ ਚਿੰਤਕ ਬਣ ਰਹੇ ਹਨ। ਪ੍ਰਸਿੱਧ ਅੰਗਰੇਜ਼ੀ ਕਵੀ ਮਿਲਟਨ ਅੰਨ੍ਹਾ ਸੀ। ਤਾਰਿਆਂ ਸੰਬੰਧੀ ਜਗਤ ਪ੍ਰਸਿੱਧ ਖੋਜ ਕਰਨ ਵਾਲੇ ਗੈਲੀਲੀਓ ਨੇ ਆਪਣੇ ਜੀਵਨ ਦੇ ਅੰਤਲੇ 5 ਵਰ੍ਹੇ ਅੰਨ੍ਹੇਪਣ ਵਿੱਚ ਗੁਜ਼ਾਰੇ ਸਨ। ਸਾਰੀ ਰਾਤ ਆਕਾਸ਼ ਵਿੱਚ ਵੇਖਦੇ ਰਹਿਣ ਵਾਲੇ ਤੇ ਬ੍ਰਹਿਮੰਡ ਬਾਰੇ ਗਿਆਨ ਦੀ ਰੋਸ਼ਨੀ ਖਿਲਾਰਨ ਅਤੇ ਵਿਸ਼ਵ ਪ੍ਰਸਿੱਧੀ ਵਾਲੇ ਤਾਰਾ ਵਿਗਿਆਨੀ ਲਈ ਇਹ ਬਹੁਤ ਵੱਡਾ ਕਸ਼ਟ ਸੀ। ਨੇਤਰਹੀਣ ਵਿਅਕਤੀਆਂ ਪ੍ਰਤੀ ਸਮਾਜ ਆਪਣੇ ਦ੍ਰਿਸ਼ਟੀਕੋਣ ਨੂੰ ਉਸਾਰੂ ਬਣਾ ਕੇ ਇਹਨਾਂ ਤੋਂ ਬੜੇ ਸੂਖਮ ਅਨੁਭਵ ਪ੍ਰਾਪਤ ਕਰ ਸਕਦਾ ਹੈ। ਕਿਸੇ ਵੱਲੋਂ ਵਿਕਲਾਂਗ ਵਿਅਕਤੀ ਨਾਲ ਉਸਾਰਿਆ ਰਿਸ਼ਤਾ ਦੋਹਾਂ ਵਾਸਤੇ ਜੀਵਨ ਦੀ ਅਦਭੁਤ ਤਸੱਲੀ, ਡੂੰਘੇ ਅਨੁਭਵ, ਸਨੇਹ ਅਤੇ ਸਦਭਾਵਨਾ ਦੀ ਦੌਲਤ ਨਾਲ ਮਾਲਾ ਮਾਲ ਹੁੰਦਾ ਹੈ। ਇਹ ਰਿਸ਼ਤਾ ਕੋਈ ਦਲੇਰ ਅਤੇ ਵਿਸ਼ਾਲ ਦ੍ਰਿਸ਼ਟੀ ਵਾਲਾ ਵਿਅਕਤੀ ਹੀ ਉਸਾਰ ਸਕਦਾ ਹੈ, ਪਰ ਜਿਹੜਾ ਵੀ ਉਸਾਰੇਗਾ ਉਹ ਇੱਕ ਚੰਗਾ ਇਨਸਾਨ ਬਣ ਜਾਵੇਗਾ। ਜੇ ਨੇਤਰਹੀਣਾਂ ਪ੍ਰਤੀ ਸਮਾਜ ਆਪਣਾ ਰਵੱਈਆ ਬਦਲ ਲਵੇ ਤਾਂ ਨੇਤਰਹੀਣ ਵੀ ਸਭ ਕੁਝ ਵੇਖਣ ਲੱਗ ਪੈਣਗੇ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।